ਕਿਸੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਪਿੰਡ ਦੇ ਵਿੱਚ ਖੜਾ ਹੋ ਕੇ ਦੀਪ ਸਿੱਧੂ ਕਹਿ ਰਿਹਾ ਹੈ ਕਿ ਢੱਡਰੀਆਂ ਵਾਲਾ ਬਾਬਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਕਹਿੰਦਾ। ਜਿਹੜੀ ਬਾਬਾ ਢੱਡਰੀਆਂ ਵਾਲੇ ਆ ਉਹਨਾਂ ਬਾਰੇ ਗੱਲ ਕਹੀ ਸੀ, ਉਹਨਾਂ ਨੂੰ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਤੁਸੀਂ ਸਿੱਖ ਪ੍ਰਚਾਰਕ ਹੋ, ਤੁਹਾਡੇ ਨਾਲ ਆਰਗਿਊ ਕਰਦਾ ਤਾਂ ਮੈਂ ਸੋਭਦਾ ਹੀ ਨਹੀਂ। ਉਹ ਕਹਿੰਦਾ ਹੈ ਇੱਥੇ ਅਖੇ ਜੀ ਛਪ ਜਾਂਦੇ ਐ, ਇੱਧਰ ਸੰਸਕਾਰ ਕਰ ਦਿੱਤਾ ਜਾਂਦਾ ਹੈ। ਤੇ ਅੱਜ ਇਹਨਾਂ ਦੀਆਂ ਗੱਲਾਂ ਸਾਨੂੰ ਪੰਥ ਦੁਖੀ ਬਣਾਉਂਦੀਆਂ, ਸਾਨੂੰ ਗਦਾਰ ਬਣਾਉਂਦੀਆਂ। ਤਾਂ ਮੈਂ ਦੁਬਾਰਾ ਕਹਿਣਾ ਵੀ ਮੈਂ ਤੁਹਾਡੇ ਨਾਲ ਆਰਗਿਊ ਕਰਦਾ ਸੋਭਦਾ ਨਹੀਂ। ਇੱਕ ਨਾ ਤੁਸੀਂ ਸਰਕਾਰ ਦੀਆਂ ਐਨਕਾਂ ਲਾ ਕੇ ਪਾਸੇ ਰੱਖੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2-3 ਦਿਨ ਪਹਿਲਾਂ ਦੀਪ ਸਿੱਧੂ ਦੀ ਇੱਕ ਵੀਡੀਓ ਸੁਣੀ ਅਤੇ ਵੇਖੀ। ਕਿਸੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਪਿੰਡ ਦੇ ਵਿੱਚ ਖੜਾ ਹੋ ਕੇ ਦੀਪ ਸਿੱਧੂ ਕਹਿ ਰਿਹਾ ਹੈ ਕਿ ਢੱਡਰੀਆਂ ਵਾਲਾ ਬਾਬਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਕਹਿੰਦਾ ਹੈ। ਉਹ ਕਹਿੰਦਾ ਹੈ ਇੱਥੇ ਅਖੇ ਜੀ ਛਪ ਜਾਂਦੇ ਐ, ਇੱਧਰ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇਹ ਕਿੱਡਾ ਵੱਡਾ ਇਲਜ਼ਾਮ ਹੈ ਜਿਹੜਾ ਇੱਕ ਸਿੱਖ ਪ੍ਰਚਾਰਕ ਦੇ ਉੱਤੇ, ਜਿਹਨੇ 22 ਸਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਹੈ, ਲੱਖਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ, ਹਜ਼ਾਰਾਂ ਲੱਖਾਂ ਲੋਕੀ ਸਹਿਜ ਪਾਠ ਕਰ ਰਹੇ ਹੈ, ਅੰਮ੍ਰਿਤ ਛਕਾਏ ਹੈ। ਇਹ ਇਲਜ਼ਾਮ ਲਾਉਣਾ ਤੇ ਮੇਰੇ ਵਾਸਤੇ ਇਹ ਪਹਿਲੀ ਵਾਰੀ ਨਹੀਂ, ਇਹ ਇਲਜ਼ਾਮਾਂ ਨੂੰ ਮੈਂ ਪਿਛਲੇ 5 ਸਾਲ ਤੋਂ ਸੁਣ ਰਿਹਾ, ਫੇਸ ਕਰ ਰਿਹਾ। ਪਰ ਦੁੱਖ ਲੱਗਦਾ ਹੈ ਇਦਾਂ ਦੀਆਂ ਗੱਲਾਂ ਜਦੋਂ ਇਹ ਲੋਕ ਕਰਦੇ ਐ। ਕਈ ਵੀਰ ਭਰਾ ਸੋਚਣਗੇ ਕਿ ਸਾਨੂੰ ਐਡੀ ਛੇਤੀ ਕਾਹਦੇ ਲਈ ਰਿਐਕਟ ਕਰਦੇ ਆ, ਅਸੀਂ ਪਰਵਾਹ ਨਹੀਂ ਕਰਨੀ ਚਾਹੀਦੀ। ਪਰ ਵੀਰੋ, ਪਰਵਾਹ ਤਾਂ ਕਰਨੀ ਪੈਂਦੀ ਹੈ ਕਿ ਇਦਾਂ ਦੇ ਬੰਦੇ ਅੱਗ ਲਾ ਦਿੰਦੇ ਐ। ਪੜ੍ਹਿਆ ਲਿਖਿਆ ਹੈ, ਇੰਗਲਿਸ਼ ਦੇ ਸ਼ਬਦ ਵਰਤਦਾ ਹੈ, ਬਹੁਤ ਸਾਰੇ ਸਾਡੇ ਬੁੱਧੀਜੀਵੀਆਂ ਦੀ ਭਾਸ਼ਾ ਹੈ ਇਹ ਬੋਲਦਾ ਹੈ। ਉਹ ਵੀ ਇਦਾਂ ਹੀ ਕਰਦੇ ਆ, ਗੋਲ ਮੋਲ ਗੱਲ ਕਰਕੇ, ਸ਼ਬਦਾਂ ਦਾ ਜਾਲ ਪਾ ਕੇ ਤੇ ਇਦਾਂ ਦਾ ਕੁਝ ਕਰਦੇ ਆ ਜਿਵੇਂ ਇਹ ਕਰਦਾ। ਪੜ੍ਹਿਆ ਲਿਖਿਆ ਹੋਣ ਕਰਕੇ ਹੁਣ ਜਦੋਂ ਇਹਨੇ ਗੱਲ ਕਹਿਣੀ ਹੈ ਵੀ ਢੱਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ ਹੈ, ਕਿੰਨੇ ਕੁ ਬੰਦੇ ਨੇ ਜਿਹੜੇ ਚੰਗੀ ਤਰ੍ਹਾਂ ਸੁਣਦੇ ਨੇ, ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੇ ਸਾਰੇ ਦੀਵਾਨ ਸੁਣੇ ਨੇ। ਕਈਆਂ ਦੇ ਦਿਮਾਗ ਵਿੱਚ ਕੋਈ ਸਿਰ ਫਿਰਿਆ ਜਦੋਂ ਸੁਣੇਗਾ ਤੇ ਉਹਨੇ ਤੇ ਕਹਿਣਾ ਚੱਕੋ ਬਈ ਬੰਦੂਕ, ਚੱਕੋ ਤਾਕੂਏ, ਖਤਮ ਕਰੋ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਸਿੱਖੀ ਦੇ ਵਿੱਚ ਗਦਾਰ ਨੇ। ਤੇ ਅੱਜ ਇਹਨਾਂ ਦੀਆਂ ਗੱਲਾਂ ਸਾਨੂੰ ਪੰਥ ਦੁਖੀ ਬਣਾਉਂਦੀਆਂ, ਸਾਨੂੰ ਗਦਾਰ ਬਣਾਉਂਦੀਆਂ। ਇੱਕ ਗੱਲ ਵੀਰੋ ਸਾਨੂੰ ਸਮਝਣ ਵਾਲੀ ਹੈ, ਇੱਥੋਂ ਮੈਂ ਤਜਰਬਾ ਕਰ ਲਿਆ ਵੀ ਸਿੱਖਾਂ ਵਿੱਚ ਜਿਹੜਾ ਬੰਦਾ ਸਿਆਣੀ ਗੱਲ ਕਰਦਾ ਹੈ, ਉਹਨਾਂ ਨੂੰ ਇਹ ਗਰਮ ਖਿਆਲੀ ਕੱਟੜ ਬੰਦੇ ਜਿਹੜੇ ਹੈ ਇਹ ਪੰਥ ਦੁਖੀ ਕਹਿਣਗੇ। ਇੱਕ ਬੰਦਾ ਕਹੇ ਕਿ ਮੈਂ ਜੀ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਦਸਮ ਗ੍ਰੰਥ ਨੂੰ ਨਹੀਂ ਮੰਨਦਾ, ਉਹਨੂੰ ਇਹ ਪਤਾ ਕੀ ਕਹਿਣਗੇ, ਇਹ ਜੀ ਗੁਰੂ ਦੋਖੀ ਹੈ। ਜਿਹੜਾ ਬੰਦਾ ਕਹੇ ਮੈਂ ਸੂਰਜ ਪ੍ਰਕਾਸ਼ ਨੂੰ, ਹੋਰ ਗ੍ਰੰਥਾਂ ਨੂੰ ਨਹੀਂ ਮੰਨਦਾ, ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਇਹ ਕਹਿਣਗੇ ਜੀ ਇਹ ਗੁਰੂ ਦੋਖੀ ਹੈ। ਕਮਲਿਓ, ਉਹ ਤੇ ਸਗੋਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਤੁਸੀਂ ਉਹਨੂੰ ਕਹਿੰਦੇ ਹੋ ਗੁਰੂ ਦੋਖੀ ਹੈ। ਨਜ਼ਰੀਆ ਵੱਖਰਾ ਹੋ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦਾ ਐਂਗਲ ਹੋਰ ਹੋ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦਾ ਪੁਆਇੰਟ ਆਫ ਵਿਊ ਵੱਖਰਾ ਹੋ ਸਕਦਾ ਹੈ। ਪਰ ਪਿਆਰ ਤੇ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਐ। ਪਰ ਇਹਨਾਂ ਨੇ ਹਰ ਗੱਲ ਨੂੰ ਕੱਟ ਵੱਢ ਕਰਕੇ, ਮੈਂ ਕਿਹਾ ਪਰਮਾਤਮਾ ਨੂੰ ਮਿਲਣ ਦਾ, ਰੱਬ ਨੂੰ ਮਿਲਣ ਦਾ, ਗਿਆਨ ਲੈਣ ਦਾ, ਆਪਣੇ ਆਪ ਨੂੰ ਸਮਝਣ ਦਾ, ਜੇ ਪਰਮਾਤਮਾ ਸਾਡੇ ਵਿੱਚ ਹੈ, ਆਪਣੇ ਆਪ ਨੂੰ ਸਮਝਣ ਦਾ ਜ਼ਰੀਆ ਗੁਰੂ ਗ੍ਰੰਥ ਸਾਹਿਬ ਹਨ। ਗਿਆਨ ਦੇ ਜ਼ਰੀਏ ਬੰਦਾ ਪਹੁੰਚਦਾ। ਪਰ ਇਹਨਾਂ ਨੇ ਉਲਟ ਪੁਲਟ ਰੂਪ ਬਣਾ ਕੇ ਉਸ ਗੱਲ ਨੂੰ ਕਿਸ ਤਰ੍ਹਾਂ ਦਾ ਰੂਪ ਪੇਸ਼ ਕੀਤਾ। ਸੋ ਮੈਂ ਇੰਨੀ ਕੁ ਬੇਨਤੀ ਸੰਗਤ ਵਿੱਚ ਕਰਨੀ ਚਾਹੁੰਦਾ ਸੀ ਕਿ ਸਾਨੂੰ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਣਾ ਪੈਣਾ ਹੈ ਕਿ ਇਦਾਂ ਦੇ ਇਲਜ਼ਾਮ ਇਹ ਲੋਕ ਕਿਉਂ ਲਾਉਂਦੇ ਹੈ। ਕਿਉਂਕਿ ਇਹ ਪੜ੍ਹੇ ਲਿਖੇ ਜਿਹੜੇ ਲੋਕ ਨੇ ਇਹ ਆਪ ਤਲਵਾਰਾਂ ਚੱਕ ਕੇ ਨਹੀਂ ਲੜਦੇ, ਪਰ ਦਿਮਾਗ ਦੇ ਵਿੱਚ ਜ਼ਹਿਰਾਂ ਜ਼ਰੂਰ ਭਰਦੇ ਹੈ, ਦੂਜੇ ਬੰਦਿਆਂ ਦੇ ਦਿਮਾਗ ਵਿੱਚ ਜ਼ਹਿਰਾਂ ਭਰਦੇ ਹੈ। ਪੰਥ ਦੋਖੀ ਕਹਿ ਦਿਓ, ਗਦਾਰ ਕਹਿ ਦਿਓ, ਕੱਲ ਨੂੰ ਜਦੋਂ ਮਾਰ ਦਿਆਂਗੇ ਮੁੜ ਕੇ ਕਹਿ ਦਿਆਂਗੇ ਜੀ ਇਹ ਤੇ ਜੀ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲਦਾ ਸੀ। ਹੁਣ ਨਾ ਕੋਈ ਚੈੱਕ ਕਰਦਾ ਹੁੰਦਾ, ਨਾ ਕਿਸੇ ਨੂੰ ਕੁਝ ਪਤਾ ਲੱਗਦਾ। ਅੱਜ ਕੱਲ ਤੇ ਸ਼ੁਕਰ ਕਰਦਾ
कि YouTube ਦਾ ਜ਼ਮਾਨਾ ਹੈ, ਨੈਟ ਦਾ ਜ਼ਮਾਨਾ ਹੈ, हर गल जिहड़ी है वो सारियां दे सामने आ जाती है, हर गल दा प्रॉपर पता लग जाता है, ठीक की है गलत की है। साडे बंदे भी कुछ आले दुआले सुन लैंदे है, उन्हां नूं फिर पता लगदा भी ये बंदे इल्जाम लाउंदे है। एक गल वीरो भरावो नोट करके वेखो, जिउंदे जागदे असीं बैठे आ, सारा कुछ इंटरनेट ते पिया है, पर अज जदों ये बंदे इदां दे इल्जाम लाउंदे है ते सोच के वेखो पुराणियां नाल इन्हां ने की कुछ कीता होना जदों वीडियो ते सारा कुछ यूट्यूब वगैरह हुंदा ही नहीं सी, ते आम लोकां दे दिमाग विच जहर भर दिंदे सी। ये जी पंथ दोखी ने, ये पंथ दे वैरी ने, ये गुरु ग्रंथ साहब दे उल्ट चलदे ने। शुक्र करो अज साइंस दे असी युग विच हां, अज सारा पता लग जांदा है। दीप सिद्धू दा मेरे ते एक गिला हो सकदा सी, ओ ये कि जिहड़ा 25 तरीक नूं इन्हां दे मैं हक विच नहीं सी कि 25 तरीक नूं इन्हां ने किसानां दा मोर्चा हाईजैक कर लिया, स्टेज ते जाके कब्जा कर लिया, उत्थे जाके लैक्चर दिते। 26 तरीक नूं इह कहिंदे सी असीं रिंग रोड नहीं जाना, उन्हां दे फैसले तो उल्ट सारा कुछ कीता। किन्ने नौजवानां दे उत्ते केस पै गए, किन्ने बच्चियां ते तशद्दद होया। अज उन्हां किसानां दा मोर्चा तार पीड़ो कर दिता, किसान आगूआं दे विरुद्ध लहर खड़ी करन दी कोशिश कीती। मैं किसानी मोर्चे विच भावें नहीं गया, पर किसानां दे हक विच लगातार स्टेटमेंटां दिंदा रहा। जिवें जिवें किसान आगू कहिंदे रहे, मैं उन्हां दी गल सुन के स्टेटमेंटां दिंदा रहा। पर ये कह सकदा सी कि ये जिहड़ा 25-26 तरीक नूं होया ढड्डरियां वाले दे असीं हक च नहीं, वो साडे तो उल्ट सोचदा है। क्योंकि मैं उल्ट सोचदा, नौजवानी दा घाण ना होवे, उन्हां ते केस ना पैण, बगाने पुत जेलां च जांदे है, बगाने पुत मरदे है, उन्हां दे नां ते फिर अगराइयां चल पैंदियां। साडे वर्गे चोलियां वाले जिद्दण लोड़ पैंदी है 300 सरूपां दा हिसाब लैण वास्ते तुर पैंदे है, ਉਹਦੇ ਲਈ ਗਰਾਈਆਂ ਸ਼ੁਰੂ। ਉਹ ਗੱਲ ਅਜੇ ਵਿੱਚ ਹੀ ਲਟਕਦੀ ਹੁੰਦੀ ਹੈ, ਦੂਜਾ ਮੋਰਚਾ ਸ਼ੁਰੂ ਹੋ ਜਾਂਦਾ ਹੈ, ਦੂਜੇ ਲਈ ਅਗਰਾਈਆਂ ਸ਼ੁਰੂ, ਤੀਜਾ ਮੋਰਚਾ ਲਾ ਲਿਆ, ਉਹਦੇ ਲਈ ਅਗਰਾਈਆਂ ਸ਼ੁਰੂ। ਸਾਡੇ ਵਰਗੇ ਬੰਦਿਆਂ ਨੇ ਇੱਕ ਢੰਗ ਸਮਝ ਲਿਆ, ਇੱਕ ਤਰੀਕਾ ਲੱਭ ਰਿਹਾ ਅਗਰਾਈਆਂ ਕਰਨ ਦਾ। ਤੇ ਢੱਡਰੀਆਂ ਵਾਲਾ ਜਿਹੜਾ ਕਿ ਲੋਕਾਂ ਨੂੰ ਟਿਕਾਉਣ ਦੀ ਗੱਲ ਕਰਦਾ ਹੈ, ਲੋਕਾਂ ਦੇ ਪੁੱਤ ਮਰਨ ਨਾ, ਇਹਦੀ ਗੱਲ ਕਰਦਾ ਹੈ। ਮੈਂ ਇਹਦੇ 'ਚ ਕੋਈ ਸ਼ੱਕ ਨਹੀਂ, ਡੈਮੋਕ੍ਰੇਸੀ ਅੱਜ ਸਾਡੇ, ਜੇ ਡੈਮੋਕ੍ਰੇਸੀ ਹੁੰਦੀ, जे मैं डेमोक्रेसी दे हक विच आ, सहमत हाँ। डेमोक्रेसी अज इंडिया दे विच नहीं, जे इंडिया च हुंदी ते शबीलां लाउण वाले जेल विच हुंदे। डेमोक्रेसी ने मैनूं भी कोई ओहदा इंसाफ नहीं दिता, जेलां विच होणे सी शबीलां लाउण वाले, नहीं अज ओह जेलां विच गए। पर मैं मनदा भी डेमोक्रेसी दा उत्थे घाण हो रहा है, पर इहदा मतलब ये नहीं कि जे अज बंदा शबील आएगा तो असी भी शबीलां लाण वास्ते तुर पईए। अगला बंदा मारदा असी भी मारन तुर पईए। अगलियां कोल ज्यादा वड्डे हथियार ने। किसान आगू कहिंदे रहे है उन्हां दीयां ताकतां बहुत ज्यादा ने, सानू ख्याल रखना पैना है। ते मैं भी हमेशा ये गल कही है, उगराहां वर्गियां ने लोकां नू टकाउण दी गल कीती, मैं शाबाशे दित्ती कि पंजाब दी जवानी दा घाण ना करियो, अगे बथेरा कुछ पंजाब ने वेख्या, हुण ख्याल रखियो। ते मैं अज भी ये बेनती आप संगतां नू करदा, मेरे वर्गे नू दीप सिद्धू वर्गे कदे पसंद नहीं करनगे। साडे बहुत सारे अखौती विद्वान बुद्धिजीवी मिठियां मिठियां गल्लां शब्दां दा जाल इहो जिहा सिੱਟਦੇ है, कदे पसंद नहीं करनगे। वो जहर लोकां दे दिमाग विच भर के लोकां दे बगाने पुत मरवाउंदे है। टकाउण दी गल जिहड़ा बंदा शांति दी गल करेगा ਉਹਦੇ विरुद्ध ये लहर खड़ी करनगे। ये पंथ दोखी, पंथ गदार, पंथ विचों छेकण दीयां गल्लां करनगे। इस करके भरावो ये मैं तां कहना चाहुंदा, दीप सिद्धू नूं जांदी वारी वीरा, जे तेरे कोल कोई सबूत है जिहदे विच मैं गुरु ग्रंथ साहब नूं किताब किहा, शब्द चेता रख अपना, तू पब्लिक विच खड़ के ये गल कह रहा है कि ढड्डरियां वाला कहंदा गुरु ग्रंथ साहब एक किताब है, ये गल जे मैं बोली है ते इहदा सबूत लैके आ भरावा। ये गल तुसी पब्लिक विच कह रहे हो, सोच के वेख, जे कोई बंदा विच बैठा गुरु ग्रंथ साहब नूं प्यार करन वाला होया ते ओह सिर फिरे ने ते हथियार चक लेना, उन्हें ते कहना गोली मारनी, ढड्डरियां दा टब्बर मारना, परिवार मारना। इहदा इदां ही जहर भरदे हैं तुसी सारियां दे दिमागां विच। जिहड़ी गल होई नहीं, किताब शब्द कहना गुरु ग्रंथ साहब प्रति, एक गल तुसी किड्डी वड्डी बना लैंदे आ। ते तुहानूं ये गल्लां सोचणियां पैणगीਆਂ। जमाना बदल रहा,
ਬਹੁਤ ਚੇਂਜ ਆ ਗਈ ਹੈ। ਇੱਕ ਪੱਖ ਸਾਹਮਣੇ ਹੁੰਦਾ ਸੀ, ਹੁਣ ਦੂਜਾ ਪੱਖ ਵੀ ਸਾਹਮਣੇ ਆ ਜਾਂਦਾ। ਸੋ ਇਸ ਕਰਕੇ ਜੀਓ ਭਰਾਵੋ ਤੇ ਜੀਣ ਦਿਓ, ਲੋਕਾਂ ਨੂੰ ਭੜਕਾਓ ਨਾ, ਲੋਕਾਂ ਨੂੰ ਕਲੀਅਰ ਰੱਖੋ, ਸਮਝਦਾਰ ਹੋ ਲੈਣ ਦਿਓ, ਅਕਲ ਵਾਲੇ ਹੋ ਲੈਣ ਦਿਓ। ਕਿਸਾਨਾਂ ਨੇ ਮੋਰਚਾ ਲਾਇਆ, ਸ਼ਾਂਤੀ ਨਾਲ ਲੱਗਾ ਰਹਿਣ ਦਿਓ, ਭੜਕਾਉਣ ਵਾਲੇ ਕੰਮ ਨਾ ਕਰੋ। ਉਹਨਾਂ ਬੰਦਿਆਂ ਨੇ ਕਿੰਨੇ ਕਿੰਨੇ ਸਾਲ ਮਿਹਨਤ ਕੀਤੀ ਸੀ, ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ। ਵਿੱਚ ਅਸੀਂ ਵੜਦੇ ਆ, ਸਾਥ ਜਾਂ ਤੇ ਦੇਣਾ ਨਹੀਂ, ਜੇ ਦੇਣਾ ਤੇ ਆਪਣੀਆਂ ਸ਼ਰਤਾਂ ਨਾਲ ਦੇਣਾ, ਜਾਂ ਤੇ ਕਹਿੰਦੇ ਆ ਸਾਨੂੰ ਨਾਲ ਰੱਖੋ। ਨਾਲ ਜੇ ਅਗਲਾ ਰੱਖ ਲੈਂਦਾ ਫਿਰ ਅਸੀਂ ਧੱਕਾ ਕਰਦੇ ਆ, ਜਾ ਕੇ ਆਪਣੀ ਮਰਜ਼ੀ ਦੇ ਫੈਸਲੇ ਕਰਦੇ ਆ, ਉਹਨਾਂ ਦੇ ਅੰਡਰ ਵੀ ਨਹੀਂ ਚੱਲਣਾ। ਤੇ ਜੇ ਅਗਲੇ ਨਾਲ ਨਹੀਂ ਰੱਖਦੇ ਫਿਰ ਅਸੀਂ ਉਹਨਾਂ ਨੂੰ ਵਿਰੋਧੀ ਗਦਾਰ ਕਹਿ ਦਿਆਂਗੇ ਤੇ ਜੀ ਪੰਥ ਦੋਖੀ ਨੇ। ਸੋ ਇਦਾਂ ਦੇ ਫੈਸਲੇ ਕਰਨੇ ਭਰਾਵੋ ਛੱਡੋ, ਆਪਣੇ ਆਪ ਨੂੰ ਸਮਝਦਾਰ ਬਣੋ ਤੇ ਇਦਾਂ ਦੇ ਦੋਸ਼ ਲਾਉਣੇ ਵੀ ਛੱਡ ਦਿਓ। ਜ਼ਮਾਨਾ ਬਦਲ ਗਿਆ, ਅੱਜ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਆ ਜਾਂਦੀਆਂ। ਮੈਂ ਤਾਂ ਇੰਨੀ ਕੁ ਗੱਲ ਕਹਿਣ ਵਾਸਤੇ ਆਪ ਸੰਗਤਾਂ ਨੂੰ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਸੜ ਜਾਏਗੀ ਜਵਾਨ ਜਿੱਦਣ ਅਸੀਂ ਇਹ ਗੱਲ ਕਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਮੈਂ ਕਹਿਣਾ ਵੀ ਸਾਡੀ ਜਿੰਦ ਜਾਨ ਗੁਰੂ ਗ੍ਰੰਥ ਸਾਹਿਬ ਨੇ, ਆਪਣਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਵਾਇਆ। ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਸੋਚ ਕਰਕੇ ਅੱਜ ਸਟੇਜਾਂ ਛੱਡ ਦਿੱਤੀਆਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਲੌਜੀਕਲ ਸਮਝਦਾ, ਪ੍ਰੈਕਟੀਕਲੀ ਸਮਝਣਾ ਚਾਹੁੰਦਾ। ਇਹ ਬੰਦੇ ਹੋਰ ਤਰ੍ਹਾਂ ਸਮਝਦੇ ਐ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਤਰ੍ਹਾਂ ਸਮਝਦੇ ਆ। ਮੈਂ ਸਟੇਟਮੈਂਟ ਇਹਨਾਂ ਦੀਆਂ ਸੁਣਨਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਇਹ ਭਾਈ ਸਪਿਰਿਚੁਅਲਿਟੀ, ਅਧਿਆਤਮਕਤਾ ਦਾ ਮਾਰਗ ਹੈ, ਇਹ ਸ਼ਰਧਾ ਦਾ ਮਾਰਗ ਹੈ, ਤਰਕ ਨੂੰ ਇੱਥੇ ਕੋਈ ਥਾਂ ਨਹੀਂ, ਤਰਕ ਦੀ ਕਸਵੱਟੀ ਉੱਤੇ ਗੱਲ ਨਹੀਂ ਸੋਚਣੀ ਚਾਹੀਦੀ। ਭਰਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪਖੰਡ ਦੇ ਉੱਤੇ ਤਰਕ ਕਰਦੀ ਹੈ। ਜੋ ਉਸ ਵੇਲੇ ਪੁਜਾਰੀ ਨੇ ਗੰਦ ਪਾਇਆ ਸੀ ਉਹਦੇ ਤੇ ਗੁਰੂ ਸਾਹਿਬ ਨੇ ਤਰਕਾਂ ਕੀਤੀਆਂ, ਹਿਲਾ ਕੇ ਰੱਖ ਦਿੱਤੇ ਸਾਰੇ ਮਲਾਣੇ, ਸਾਰੇ ਕਾਜੀ, ਸਾਰੇ ਪੰਡਤ ਜਿਹੜੇ ਉਹਨਾਂ ਵੇਲਿਆਂ 'ਚ ਲੋਕਾਂ ਨੂੰ ਬੁੱਧੂ ਬਣਾ ਰਹੇ ਸੀ, ਢੋਂਗ ਕਰਦੇ ਸੀ, ਲੁੱਟਦੇ ਸੀ ਲੋਕਾਂ ਨੂੰ। ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇਹ ਤਰਕ ਨਹੀਂ। ਚੁੱਪ ਨਾ ਹੋਵੀ ਜੇ ਲਾਏ ਰਹਾ ਲਿਬਤਾਰ, ਅੱਖਾਂ ਬੰਦ ਕਰਕੇ ਇੱਕ ਟੱਕ ਸਮਾਧੀ ਲਾ ਕੇ ਬਹਿ ਜਾਂਦਾ, ਏਦਾਂ ਮਨ ਨਹੀਂ ਚੁੱਪ ਹੁੰਦਾ, ਇਹ ਤਰਕ ਨਹੀਂ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਇਹ ਵਰਤ ਰੱਖਣ ਵਾਲਿਆਂ ਤੇ ਤਰਕ ਨਹੀਂ। ਪਾਤਸ਼ਾਹ ਨੇ ਜਗ੍ਹਾ ਜਗ੍ਹਾ ਉੱਤੇ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਓ ਜਾੜੇ ਕਾ ਬੰਦ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬਾਗੋ ਹਰ ਕੇ ਸੰਤ ਨਾਖੀਏ ਬਾਨਾਰਸ ਕੇ ਠੱਗ। ਇਹ ਤਰਕਾਂ ਨਹੀਂ। ਪਾਤਸ਼ਾਹ ਨੇ ਤਰਕ ਦੇ ਰਾਹ ਉੱਤੇ ਚੱਲ ਕੇ ਕਿਹਾ ਸੱਚ ਨੂੰ ਤਰਕ ਦੀ ਕਸਵੱਟੀ ਨਾਲ ਪਰਖ ਲਿਓ, ਤਰਕ ਦੀ ਕਸਵੱਟੀ ਦੇ ਨਾਲ ਸੱਚ ਨੂੰ ਪਰਖਿਓ। ਏਦਾਂ ਹੀ ਨਹੀਂ ਮੰਨ ਲੈਣਾ, ਬਲਾਈਂਡ ਫੇਥ ਨਹੀਂ, ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ, ਪਹਿਲਾਂ ਉਹਨੂੰ ਸੋਧ ਲੈਣਾ ਹੈ, ਸੱਚ ਨੂੰ ਤਰਕ ਦੀ ਕਸਵੱਟੀ ਨਾਲ ਸੋਧ ਲੈਣਾ, ਗਿਆਨ ਨੂੰ ਸੋਧ ਲੈਣਾ, ਜਿਹੜੀ ਗੱਲ ਵੀ ਸਮਝਣੀ ਹੈ। ਸੋ ਇਸ ਕਰਕੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ। ਮੈਂ ਵੀਰਾਂ ਭਰਾਵਾਂ ਨੂੰ ਤਾਂ ਕਹਿਣਾ, ਇਹ ਛੋਟੀ ਜੀ ਗੱਲ ਨਹੀਂ ਕਿਸੇ ਪ੍ਰਚਾਰਕ ਨੂੰ ਇਹ ਕਹਿ ਦੇਣਾ ਉਹ ਜੀ ਕਿਤਾਬ ਕਹਿੰਦਾ। ਯਾਰੋ ਅੱਗੇ ਤੁਸੀਂ ਜਥੇਦਾਰਾਂ ਕੋਲ ਪੇਸ਼ ਹੋ ਗਏ, ਸੁਣੋ ਨਾ ਜੀ, ਸ਼ੇਰ ਨਾ ਜੀ ਕਰੋ। ਮੈਂ ਸਟੇਜਾਂ ਛੱਡੀਆਂ ਨੂੰ ਫਰਵਰੀ ਦੀਆਂ, ਮੈਂ ਦੀਵਾਨ ਛੱਡ ਤੇ ਛੱਡੋ ਯਾਰ, ਅਸੀਂ ਨਹੀਂ ਕਰਨਾ। ਪਰ ਅਜੇ ਵੀ ਤੁਹਾਨੂੰ ਸ਼ਾਂਤੀ ਨਹੀਂ ਆਉਂਦੀ, ਅਜੇ ਵੀ ਤੁਹਾਡੇ ਦਿਲ 'ਚ ਸਕੂਨ ਨਹੀਂ, ਅਜੇ ਵੀ ਭੜਕਾਹਟ ਪੈਦਾ, ਅਜੇ ਵੀ ਢੱਡਰੀਆਂ ਵਾਲਾ ਚੁੱਭਦਾ ਰਹਿੰਦਾ ਤੁਹਾਨੂੰ। ਸੋ ਇਸ ਕਰਕੇ ਸੁਣ ਤੇ ਲਿਆ ਕਰੋ। ਤੁਸੀਂ 3-3 ਘੰਟੇ ਦੇ ਦੀਵਾਨ ਕਿਤੇ 15-20 ਦਿਨ ਬਹਿ ਕੇ ਸੁਣ ਤੇ ਲਓ ਵੀ ਢੱਡਰੀਆਂ ਵਾਲਾ ਸੋਚਦਾ ਕਿੱਦਾਂ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ, ਲਗਾਤਾਰ ਆ ਪਿਛਲਾ 1 ਸਾਲ ਲੰਘਿਆ, 2020 ਲੋਕਡਾਊਨ ਰਿਹਾ, ਸਾਡੇ ਦੀਵਾਨ ਸਾਰੇ ਨੈਟ ਤੇ ਪਏ ਐ, ਲਗਾਤਾਰ ਸੁਣ ਲਓ। ਜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੁਹਾਡਾ ਪਿਆਰ ਨਾ ਵਧਿਆ, ਮੈਨੂੰ ਫੜ ਲਿਓ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧੇਗਾ, ਘਟੇਗਾ ਨਹੀਂ, ਮੇਰੀ ਗਰੰਟੀ ਹੈ। ਹਾਂ, ਪਹਿਲਾਂ ਹੋਰ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਸੀ, ਹੁਣ ਹੋਰ ਤਰ੍ਹਾਂ ਵੇਖਣ ਲੱਗ ਜਾਓਗੇ। ਪਿਆਰ ਪਹਿਲਾਂ ਵੀ ਕਰਦੇ ਸੀ, ਪਹਿਲਾਂ ਅੱਖਾਂ ਬੰਦ ਕਰਕੇ ਜਿੱਦਾਂ ਇਹ ਦੱਸਦੇ ਸੀ ਸਿਰ ਹਿਲਾਈ ਜਾਂਦੇ ਸੀ, ਹੁਣ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਪਏਗਾ ਤੇ ਨਜ਼ਾਰਾ ਜਾਏਗਾ, ਫੀਲਿੰਗ ਬਣੇਗੀ, ਮਹਾਰਾਜ ਕੋਲ ਜਾ ਕੇ ਹਿੰਮਤ ਆਏਗੀ, ਉਤਸ਼ਾਹ ਆਏਗਾ, ਚਾਹ ਪੈਦਾ ਹੋਏਗਾ। ਕਲੀਅਰ ਤੇ ਸਪਸ਼ਟ ਗੱਲ ਕਰਨੀ ਸਿੱਖੋ, ਗੋਲ ਮੋਲ ਕਰਕੇ ਸਾਰੇ ਪੱਖ ਨਹੀਂ ਰੱਖੀਦੇ, ਸਿੱਧੀ ਤੇ ਸਪਸ਼ਟ ਗੱਲ ਕਰੀਦੀ ਹੈ। ਇਹ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ। ਇਹ ਤਾਂ ਕਹਿਣ ਲੱਗਿਆ ਵੀਰੋ, ਸਿਰ ਫਿਰੇ ਨੇ ਤੇ ਜੇ ਕਿਸੇ ਨੇ ਸੁਣ ਲਈ ਗੱਲ, ਵਿੱਚ ਦੀਪ ਸਿੱਧੂ ਪਿੰਡ 'ਚ ਬੋਲੇ ਤੇ ਵਿੱਚ ਬੈਠਾ ਸੁਣੋ, ਨੇ ਕਹਿਣਾ ਢੱਡਰੀਆਂ ਵਾਲੇ ਦਾ ਕਤਲ ਕਰੋ, ਖਤਮ ਕਰੋ। ਇਹ ਕਿਤਾਬ ਕਹਿੰਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਏਦਾਂ ਬੋਲਦਾ। ਇਹਦਾ ਸ਼ੁਕਰ ਆ ਯਾਰੋ ਆ ਹੈਗਾ ਸੀ ਨੈਟ, ਨਹੀਂ ਤੇ ਤੁਸੀਂ ਹੁਣ ਨੂੰ ਮੈਨੂੰ ਕਦੋਂ ਦਾ ਮਾਰ ਮਕਾ ਕੇ ਕਿਤੇ ਦੱਬਿਆ ਹੋਣਾ ਸੀ।
ਤੇ ਲੋਕਾਂ ਨੇ ਪੁੱਛਣਾ ਸੀ, ਕਹਿਣਾ ਸੀ ਉਹ ਤੇ ਗੁਰੂ ਗ੍ਰੰਥ ਸਾਹਿਬ ਦੀ ਪਤਾ ਨਹੀਂ ਕਿੰਨੀ ਕੁ ਬੇਅਦਬੀ ਤੁਸੀਂ ਕਹਿ ਦੇਣਾ ਸੀ, ਲੋਕਾਂ ਨੇ ਕਿਹੜਾ ਆ ਕੇ ਵੇਖਣਾ ਸੀ। ਸ਼ੁਕਰ ਹੈ ਅੱਜ ਦੇ ਯੁੱਗ ਵਿੱਚ ਹਾਂ ਤੇ ਸਾਡੀ ਗੱਲ ਵੀ ਲੋਕਾਂ 'ਚ ਪਹੁੰਚ ਜਾਂਦੀ ਹੈ। ਰੋਜ਼ 10-15 ਮਿੰਟ ਤੁਹਾਡੇ ਨਾਲ ਏਦਾਂ ਹੀ ਗੱਲ ਕਰਿਆ ਕਰਾਂਗੇ, ਕਿਉਂਕਿ ਦੀਵਾਨ ਅਜੇ 10 ਕੁ ਦਿਨ ਨਹੀਂ ਤੇ ਮੈਂ ਅਗਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਇਲਾਕੇ ਵਿੱਚ ਜਾਣਾ ਹੈ ਤੇ ਸ਼ਿਕਾਗੋ ਦੇ ਏਰੀਏ ਵਿੱਚ ਜਾਣਾ ਹੈ, ਪਰ ਪ੍ਰੋਗਰਾਮ ਅਜੇ ਥੋੜੇ ਦਿਨ ਠਹਿਰ ਕੇ ਰੱਖਣੇ ਨੇ ਦੀਵਾਨ। ਤੇ ਮੈਂ ਸੋਚਿਆ ਕਿ ਰੋਜ਼ ਤੁਹਾਡੇ ਨਾਲ ਮੈਂ 15 ਕੁ ਮਿੰਟ ਰੋਜ਼ ਏਦਾਂ ਗੱਲ ਕਰਿਆ ਕਰੀਏ, ਕਦੇ ਕਿਸੇ ਵਿਸ਼ੇ ਤੇ ਕਦੇ ਕਿਸੇ ਵਿਸ਼ੇ ਤੇ, ਤਾਂ ਜੋ ਲਗਾਤਾਰ ਆਪਣੀ ਜਿਹੜੀ ਲਗਾਤਾਰਤਾ ਆਪਣੀ ਚੱਲਦੀ ਰਵੇ ਔਰ ਵਿਚਾਰਧਾਰਾ ਕਲੀਅਰ ਸਮਝ ਆਵੇ, ਸਪਸ਼ਟ ਸਮਝ ਆਵੇ। ਜ਼ਿੰਦਗੀ 'ਚ ਹਾਸਾ ਆਇਆ, ਖੇੜਾ ਆਇਆ, ਭਾਰ ਵਾਧੂ ਦੇ ਲਏ ਹੈ, ਪਿਆਰ ਗੁਰਬਾਣੀ ਨਾਲ ਪਿਆ ਹੈ, ਪਖੰਡ ਤੋਂ ਜ਼ਰੂਰ ਦੂਰ ਹੋਏ ਆ ਤੇ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਜਿਹੜਾ ਬੋਝ ਸਾਡੇ ਤੇ ਇਹ ਪਾ ਕੇ ਬੈਠੇ ਹੈ, ਜਿਹਦੇ ਵਿੱਚ ਜਥੇਦਾਰੀ ਸਿਸਟਮ ਉਹ ਗੁਲਾਮਾਂ ਦੇ ਗੁਲਾਮ ਅੱਗੇ ਬਣੇ ਆ। ਤੇ ਜੀ ਵੇਖੋ ਜੀ, ਮੰਨੋ ਜੀ, ਇਹ ਬੜੇ ਤਰੀਕੇ ਨਾਲ ਗਲ ਫੜਦੇ ਐ। ਸਿੱਧਾ ਗਲ ਜਦੋਂ ਨਹੀਂ ਫੜਿਆ ਜਾਂਦਾ ਫਿਰ ਹੱਥ ਅਕਾਲ ਤਖਤ ਵਾਲੇ ਪਾਸਿਓਂ ਘੁਮਾ ਕੇ ਗਲ ਫੜ ਲੈਂਦੇ ਐ। ਪਰ ਚੱਲਦੀ ਕਿਹਨਾਂ ਦੀ ਐ? ਬੱਚੇ ਨੂੰ ਪਤਾ। ਓ ਯਾਰੋ, ਢੱਡਰੀਆਂ ਵਾਲੇ ਵਰਗੇ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਸਭ ਨੂੰ ਪਤਾ ਹੈ ਵੀ ਤਖਤਾਂ ਦੇ ਉੱਤੇ ਹੁਕਮਨਾਮੇ ਕਿਹਨਾਂ ਦੇ ਐ, ਕਿਹਨਾਂ ਨੇ ਸਰਸੇ ਵਾਲਾ ਮਾਫ ਕੀਤਾ ਸੀ, ਕਿਵੇਂ ਅਕਾਲ ਤਖਤ ਹੁਕਮਨਾਮੇ ਜਾਰੀ ਹੁੰਦੇ। ਨਿਆਣੇ ਨਹੀਂ ਤੁਸੀਂ, ਬਸ ਇਹ ਹੈ ਸੱਚ ਬੋਲਣ ਦੀ ਹਿੰਮਤ ਨਹੀਂ ਭਰਾਵੋ। ਜੇ ਕੋਈ ਬੰਦਾ ਕਮਲਾ ਜਿਹਾ, ਮੇਰੇ ਵਰਗਾ ਪੇਂਡੂ ਜਿਹਾ, ਦੇਸੀ ਜਿਹਾ ਪ੍ਰਚਾਰ ਕਰਦਾ ਸੱਚ ਬੋਲਣ ਲਈ ਤੁਰਿਆ ਤੇ ਭੈੜੇ ਤੋਂ ਭੈੜੇ ਇਲਜ਼ਾਮ ਨਾ ਲਾਓ, ਨਾਲ ਤੁਰ ਸਕਦੇ ਹੋ, ਮੋਢੇ ਨਾਲ ਮੋਢਾ ਜੋੜ ਕੇ ਤੁਰੋ। ਤੇ ਜੇ ਨਹੀਂ ਤੁਰ ਸਕਦੇ ਤੇ ਤਾਂ ਵੀ ਭਰਾਵੋ ਘੱਟ ਤੋਂ ਘੱਟ ਲੱਤਾਂ ਨਾ ਖਿੱਚੋ, ਏਦਾਂ ਦੇ ਇਲਜ਼ਾਮ ਲਾ ਕੇ ਨਾ ਮਾਰੋ ਵੀ ਇਹ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦੱਸਦਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ। ਮੈਂ ਫਿਰ ਦੁਬਾਰਾ ਦੀਪ ਸਿੱਧੂ ਵੀਰ ਨੂੰ ਕਹਿਣਾ, ਭਰਾਵਾ ਤੇਰੇ ਕੋਲ ਜੇ ਕਿਤੇ ਕੋਈ ਸਬੂਤ ਹੈਗਾ ਜਿਹਦੇ ਚ ਮੈਂ ਕਿਤਾਬ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ, ਇਹ ਸ਼ਬਦ ਚੇਤਾ ਰੱਖੀ, ਕਿਤਾਬ ਇਹ ਕਿਹੜੀ ਜਗ੍ਹਾ ਵਰਤਿਆ, ਇਹ ਮੈਨੂੰ ਜ਼ਰੂਰ ਦੱਸੋ, ਪਤਾ ਤੇ ਲੱਗੇ। ਇਹ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ। ਠੰਡੇ ਰਹੋ, ਸ਼ਾਂਤ ਰਹੋ, ਪਿਆਰ ਦੇ ਨਾਲ ਜਿੱਦਾਂ ਅਗਲਾ ਗੱਲ ਕਰਦਾ ਪਿਆਰ ਦੇ ਨਾਲ ਪੁੱਛੀਏ, ਰਿਸਪੈਕਟ ਦੇ ਨਾਲ ਪੁੱਛੀਏ, ਇਸ ਗੱਲ ਦਾ ਵੀ ਖਿਆਲ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਬਾਬਾ ਢੱਡਰੀਆਂ ਵਾਲੇ ਆ ਉਹਨਾਂ ਬਾਰੇ ਗੱਲ ਕਹੀ ਸੀ, ਉਹਨਾਂ ਨੂੰ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਤੁਸੀਂ ਸਿੱਖ ਪ੍ਰਚਾਰਕ ਹੋ, ਤੁਹਾਡੇ ਨਾਲ ਆਰਗਿਊ ਕਰਦਾ ਤਾਂ ਮੈਂ ਸੋਭਦਾ ਹੀ ਨਹੀਂ, ਤੁਹਾਨੂੰ ਤਾਂ ਬੜਾ ਪਤਾ ਹੋਣਾ ਚਾਹੀਦਾ ਸੀ। ਤੁਸੀਂ ਜਿਹੜੀ ਅਧਿਆਤਮ ਨੂੰ ਮਨੁੱਖੀ ਬੁੱਧੀ ਦੇ ਥਰੂ ਐਕਸਪਲੇਨ ਕਰਦੇ ਹੋ ਨਾ, ਤੁਹਾਡੇ ਬਹੁਤ ਵੀਡੀਓਜ਼ ਪਈਆਂ, ਤੁਸੀਂ ਪਲੀਜ਼ ਆਪ ਜਾ ਕੇ ਦੇਖੋ। ਅਧਿਆਤਮ ਨੂੰ ਤੇ ਗਿਆਨ ਨੂੰ ਸਿਰਫ ਤੁਸੀਂ ਦਿਮਾਗ ਤੱਕ, ਵੀ ਦਿਮਾਗ 'ਚ ਗਿਆਨ ਗ੍ਰਹਿਣ ਕਰੋ, ਇੱਥੋਂ ਤੱਕ ਸੀਮਤ ਕਰਦੇ ਹੋ। ਗਿਆਨ ਤਾਂ ਆਤਮਾ ਨਾਲ ਸੰਬੰਧ ਹੁੰਦਾ ਤੇ ਅਧਿਆਤਮ ਦਾ ਸੰਬੰਧ ਵੀ ਆਤਮਾ ਨਾਲ ਆ। ਸੋ ਇਸ ਕਰਕੇ ਤੁਸੀਂ ਜਿਸ ਤਰ੍ਹਾਂ ਵੀ ਗੁਰੂ ਜਿਹੜਾ ਤੇ ਗਿਆਨ ਕੀ ਹੈ, ਇੱਕ ਜਿਹੜਾ ਅਸੀਂ ਅੱਜ ਪੂਜੀ ਜਾਂਦੇ ਆ ਜਿਹਨੂੰ, ਉਹ ਤਾਂ ਜਰੀਆ, ਤੇ ਗਿਆਨ ਗੁਰੂ ਆ। ਤੇ ਗਿਆਨ ਨੂੰ ਤਾਂ ਇੱਥੇ ਦਿਮਾਗ 'ਚ ਅਸੀਂ ਸਮਝਣਾ ਹੁੰਦਾ ਨਹੀਂ। ਅਧਿਆਤਮ ਦੀਆਂ ਗੱਲਾਂ ਜਿਹੜੀਆਂ ਉਹ ਬੜੀਆਂ ਵੱਖਰੀਆਂ ਹੁੰਦੀਆਂ। ਅਧਿਆਤਮ ਦੀਆਂ ਗੱਲਾਂ ਵਿਆਖਿਆ ਤੋਂ ਵੀ ਪਰਾਂ ਦੀਆਂ ਹੁੰਦੀਆਂ, ਉਹ ਤਾਂ ਰੂਹਾਂ ਦੇ ਰਿਸ਼ਤੇ ਆ। ਤੇ ਰੂਹਾਂ ਦੀ ਗੱਲ ਅਸੀਂ ਦਿਮਾਗ ਤੱਕ ਨਹੀਂ ਸੀਮਤ ਕਰ ਸਕਦੇ, ਮਨੁੱਖੀ ਬੁੱਧੀ ਤੱਕ ਸੀਮਤ ਨਹੀਂ ਕਰ ਸਕਦੇ। ਤੁਹਾਨੂੰ ਇਹਨਾਂ ਗੱਲਾਂ ਬਾਰੇ ਜ਼ਿਆਦਾ ਪਤਾ। ਸੋ ਇਸੇ ਕਰਕੇ ਜੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਤਾਂ ਮੈਂ ਦੁਬਾਰਾ ਕਹਿਣਾ ਵੀ ਮੈਂ ਤੁਹਾਡੇ ਨਾਲ ਆਰਗਿਊ ਕਰਦਾ ਸੋਭਦਾ ਨਹੀਂ। ਇੱਕ ਨਾ ਤੁਸੀਂ ਸਰਕਾਰ ਦੀਆਂ ਐਨਕਾਂ ਲਾ ਕੇ ਪਾਸੇ ਰੱਖੋ। ਸਰਕਾਰ ਜਿਵੇਂ ਗੱਲਾਂ ਨੂੰ ਦੇਖਦੀ ਆ ਜਾਂ ਡਿਫਾਈਨ ਕਰਦੀ ਆ, ਉਸ ਤਰ੍ਹਾਂ ਤੁਸੀਂ ਗੁਰੂ ਨੂੰ ਤੇ ਗਿਆਨ ਨੂੰ ਡਿਫਾਈਨ ਨਾ ਕਰੋ। ਜਾਂ ਜਿਵੇਂ ਤੁਸੀਂ ਕਿਹਾ ਵੀ ਇਹ ਗਰਮ ਖਿਆਲੀਏ, ਨਹੀਂ, ਮੈਂ ਤੁਹਾਨੂੰ ਬਾਬਾ ਜੀ ਗੱਲ ਇਹ ਕਹਿਣਾ, ਬੇਨਤੀ ਕਰਦਾ ਵੀ ਗਰਮ ਖਿਆਲੀ ਕੁਛ ਨਹੀਂ ਹੁੰਦਾ, ਨਰਮ ਖਿਆਲੀ ਵੀ ਕੁਛ ਨਹੀਂ ਹੁੰਦਾ। ਕਈ ਬੰਦਿਆਂ ਨੇ ਸਾਰੀ ਉਮਰ ਸੋਟੀ ਨਹੀਂ ਕਿਸੇ ਦੇ ਮਾਰੀ ਹੁੰਦੀ, ਉਹ ਬੜੇ ਵੱਡੇ ਯੋਧੇ ਬਣ ਜਾਂਦੇ ਆ, ਹਨਾ। ਉਹ ਸਰਕਮਸਟੈਂਸਸ ਕੀ ਆ, ਸਿਚੁਏਸ਼ਨ ਕੀ ਆ, ਉਹਨਾਂ ਦਾ ਪ੍ਰੇਰਨਾ ਦਾ ਸਰੋਤ ਕੀ ਆ, ਇਹ ਗੱਲ ਡਿਸਾਈਡ ਕਰਦੀ ਆ ਵੀ ਉਸ ਵੇਲੇ ਉਹ ਗਰਮ ਖਿਆਲੀ ਆ ਕਿ ਨਰਮ ਖਿਆਲੀ ਆ। ਸੋ ਇਹ ਤਾਂ ਸਰਕਾਰ ਦੀਆਂ ਬਣਾਈਆਂ ਹੋਈਆਂ, ਇਹ ਕੰਪਾਰਟਮੈਂਟਲਾਈਜੇਸ਼ਨ ਕੀਤੀ ਹੋਈ ਆ ਸਰਕਾਰ ਦੀ, ਜਾਂ ਜਿਹੜਾ ਸਟੇਟ ਆ ਇਹ ਉਹਨਾਂ ਦੀ ਕੰਪਾਰਟਮੈਂਟਲਾਈਜੇਸ਼ਨ ਜਾਂ ਉਹਨਾਂ ਦੀ ਬਾਈਨਰੀਜ਼ ਜਾਂ ਧਿਰਾਂ ਕ੍ਰੀਏਟ ਕੀਤੀਆਂ ਹੋਈਆਂ ਵੀ ਆਹ ਫਲਾਨਾ ਨਰਮ ਖਿਆਲੀ ਆ ਤੇ ਆਹ ਗਰਮ ਖਿਆਲੀ ਆ। ਅਦਰਵਾਈਜ਼ ਸਰਕਮਸਟੈਂਸਸ ਡਿਸਾਈਡ ਕਰਦੇ ਆ ਬੰਦੇ ਦਾ ਬਿਹੇਵੀਅਰ ਕੀ ਆ ਤੇ ਉਸ ਬਿਹੇਵੀਅਰ ਦੇ ਨਾਲ ਤੁਸੀਂ ਐਕਸ਼ਨ ਕੀ ਲੈ ਰਹੇ ਹੋ। ਸੋ ਮੇਰੀ ਬੇਨਤੀ ਇੰਨੀ ਆ
जिस तरह तुसीं आ नवें ज्ञान विज्ञान या मॉडर्न एजुकेशन के थ्रू अध्यात्म नूं गुरु नूं ते ज्ञान नूं डिफाइन करते हो, इहदे बारे तुहानूं एक बारी दोबारा आप सोचना चाहिए जी। तीजी गल जिहड़ी बड़ी जरूरी है, एक होर गल अपनी करनी आ भी अज तक मैं ये कहंदा आ रहा संघर्ष साडा साझा, असीं इकट्ठे हो के लड़ीए। चलो पुरानियां गल्लां जो हो गईयां उहदे ते मिट्टी पाईए, इकट्ठे हो के लड़ीए, एके च रह के लड़ीए। तुसी वेखो डिबडबा साहब नवरीत ने आपदी जान वार गया, हो डिबडबा साहब भी उथों संघर्ष तो उन्हां दा दिल टुटिया। वो मैनू ऐ लगदा है, मेरी अंडरस्टैंडिंग आ, हो सकदा मैं गलत भी होवां, पर वो संघर्ष तो पासे हो गए या कीते गए। जिहड़े बंदे जिन्हां दे परिवार जान मार गए, आपदी वार गए संघर्ष तो, जिन्हां ने कुर्बानियां करतियां, ਅਸੀਂ ਉਹਨਾਂ ਨੂੰ ਕਿਵੇਂ ਦਰਕਿਨਾਰ ਕਰ ਸਕਦੇ ਹਾਂ। ਤੁਸੀਂ ਏਕੇ 'ਚ ਰਹਿ ਕੇ ਇਕੱਠੇ ਹੋ ਕੇ ਅਸੀਂ ਸੰਘਰਸ਼ ਲੜੀਏ। ਅੱਜ ਸਾਡੇ ਕਿਸੇ ਬੰਦੇ ਤੇ, ਅੱਜ ਮੈਂ ਜਿਵੇਂ ਲੱਖੇ ਦੇ ਘਰੇ ਜਾ ਕੇ ਮਾਤਾ ਨੂੰ ਤੇ ਬਾਪੂ ਜੀ ਨੂੰ ਮਿਲ ਕੇ ਆਇਆ, ਸਿਰਫ ਪਰਿਵਾਰ ਨੂੰ ਇੱਕੋ ਹੀ ਗੱਲ ਕਹਿ ਕੇ ਆਇਆ ਵੀ ਅਸੀਂ ਐਜ਼ ਅ ਫੈਮਿਲੀ ਤੁਹਾਡੇ ਨਾਲ ਆ ਜੀ। ਇਹ ਗੱਲਾਂ ਆਪਾਂ ਨੂੰ ਨਜਿੱਠਣੀਆਂ ਪੈਣੀਆਂ, ਇਕੱਠੇ ਰਲ ਮਿਲ ਕੇ ਨਜਿੱਠਣੀਆਂ ਪੈਣੀਆਂ। ਸੋ ਕੋਈ ਗੱਲ ਨਹੀਂ, ਜੇ ਕੱਲ ਨੂੰ ਕੋਈ ਭੀੜ ਪੈਂਦੀ ਆ ਤਾਂ ਮੈਂ ਸਿਰਫ ਇੱਕ ਫੋਨ ਕਾਲ ਅਵੇ ਆ, तो तुसी जदों भी मेरे नाल किसी भी तरह गल कर सकते हो। तो बाकी मैं वो सारे प्रोसैस चों लंघे आया, हजे लखे ने फेस करना, या तो बार गल निबड़दी है तो बाली वधिया गल आ। परमात्मा अकाल पुरख वाहिगुरू जिहड़ा वो मेहर कर दे, जे नहीं निबड़दी तो आपां नाल खड़े आ। सो 3-4 जिहड़ियां गल्लां अपनियां करनियां बड़ियां जरूरी सी। एक तो मैं कोई पार्टी नहीं ज्वाइन कर रहा, दूजा हरियाणे ते पंजाब च बहुत गूढ़ी सांझ आ, ਤੇ उस सांझ ਨੂੰ ਅਸੀਂ ਹੋਰ ਗੂੜਾ ਕਰਨਾ। ਅਸੀਂ ਇੱਕ ਦੂਜੇ ਦੇ ਪੂਰਕ ਆ, ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਕਦੇ ਵੀ। ਤੇ ਸਾਨੂੰ ਹਰਿਆਣੇ ਵਾਲੇ ਬਾਈਆਂ ਤੇ ਸਾਡਿਆਂ ਤੇ ਮਾਣ ਤੇ ਹਮੇਸ਼ਾ ਹੀ ਰਹੂਗਾ। ਤੀਜਾ, ਬੱਬੂ ਮਾਨ ਨਾਲ ਮੇਰਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਆ, ਉਹ ਗੱਲ ਸਿਧਾਂਤਕ ਆ, ਗੱਲ ਜ਼ਮੀਰਾਂ ਦੀ ਆ। ਉਹ ਜਦੋਂ ਬਿਆਨ ਦੇਣ ਤਾਂ ਉਹ ਡਟ ਕੇ ਸਪਸ਼ਟ ਰੂਪ 'ਚ ਬਿਆਨ ਦੇਣ। ਤੁਸੀਂ ਆਪ ਇਸ ਗੱਲ ਦਾ ਫੈਸਲਾ ਕਰ ਸਕਦੇ ਹੋ ਜੇ ਮੈਂ ਕੋਈ ਗਲਤ ਗੱਲ ਕਹੀ ਹੋਵੇ। ਚੌਥੀ, ਜਿਹੜੇ ਢੱਡਰੀਆਂ ਵਾਲੇ ਬਾਬੇ ਆ, ਉਹਨਾਂ ਨੇ ਜਿਸ ਤਰ੍ਹਾਂ ਧਰਮ ਨੂੰ, ਜਿਸ ਤਰ੍ਹਾਂ ਗੁਰੂ ਨੂੰ, ਗਿਆਨ ਨੂੰ, ਅਧਿਆਤਮ ਨੂੰ ਡਿਫਾਈਨ ਕੀਤਾ, ਉਹ ਇੱਕ ਨਵੇਂ ਗਿਆਨ ਵਿਗਿਆਨ ਤੇ ਇੱਕ ਮਾਡਰਨ ਜਿਹੜੀ ਇਹ ਐਜੂਕੇਸ਼ਨ ਚੱਲ ਰਹੀ ਆ ਉਸ ਆਧਾਰ ਤੇ ਡਿਫਾਈਨ ਕਰੀ ਜਾਂਦੇ ਆ। ਪਰ ਇਹ ਗੱਲਾਂ ਜਿਹੜੀਆਂ, ਇਹ ਰਮਜ਼ਾਂ ਜਿਹੜੀਆਂ, ਇਹਨਾਂ ਨੂੰ ਸਮਝਣ ਵਾਸਤੇ ਮੈਨੂੰ ਐਂ ਲੱਗਦਾ ਵੀ ਉਹ ਵਾਕਈ ਕੋਈ ਬ੍ਰਹਮ ਗਿਆਨੀ ਹੀ ਵਿਆਖਿਆ ਕਰ ਸਕਦਾ, ਸਾਡੇ ਕਿੱਥੇ ਵੱਸ ਦੀ ਗੱਲ ਆ। ਸੋ ਉਹਨਾਂ ਨੂੰ ਮੈਂ ਇੱਕ ਵਾਰੀ ਇਹ ਵੀ ਗੱਲ ਕਹਿਣਾ ਵੀ ਬੜੇ ਸੰਗਤ ਦੇ ਮਨਾਂ 'ਚ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਉਦੋਂ ਦੁੱਖ ਹੁੰਦਾ, ਪਰ ਕੋਈ ਕਹਿੰਦਾ ਨਹੀਂ। ਤੇ ਮੈਂ ਆ ਕੇ ਇਹ ਗੱਲਾਂ ਛੇੜ ਲੀਆਂ। ਇਸ ਲਈ ਮੈਨੂੰ ਬਹੁਤ ਬੰਦੇ ਇਹ ਵੀ ਕਹਿ ਰਹੇ ਆ ਵੀ ਬਾਈ ਇੰਨੇ ਫਰੰਟ ਇੱਕੋ ਵਾਰੀ ਖੋਲਤੇ ਯਾਰ। ਬਾਈ ਜੀ ਜਦੋਂ ਸਿਧਾਂਤ ਤੇ ਗੱਲ ਆਊਗੀ ਉਦੋਂ ਚਾਹੇ 15-20-100 ਫਰੰਟ ਕਿਹੜਾ ਨਾ ਇਕੱਠੇ ਖੁੱਲ ਜਾਣ, ਉਦੋਂ ਸਰਕਾਰ ਨਾਲ ਵੀ ਲੜਾਂਗੇ ਤੇ ਉਹਨਾਂ ਬੰਦਿਆਂ ਨਾਲ ਵੀ ਲੜਾਂਗੇ ਜਿਹੜੇ ਬੰਦੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ। ਸੋ ਸਿਧਾਂਤਕ ਵਿਰੋਧਤਾ ਜਾਰੀ ਰਹੂਗੀ, ਸਪਸ਼ਟ ਤੇ ਖੁੱਲੇ ਰੂਪ 'ਚ ਜਾਰੀ ਰਹੂਗੀ। ਅਦਰਵਾਈਜ਼ ਨਿੱਜੀ ਤੌਰ ਤੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆ। ਸੰਘਰਸ਼ ਅਸੀਂ ਏਕੇ 'ਚ ਰਹਿ ਕੇ ਲੜੀਏ, ਏਕਾ ਹੀ ਸਾਡੀ ਤਾਕਤ ਆ ਤੇ ਉਸੇ ਆਧਾਰ ਤੇ ਅਸੀਂ ਜਿੱਤ ਆਪਦੀ ਉੱਥੋਂ ਲੈ ਕੇ ਪੰਜਾਬ ਨੂੰ ਤੇ ਆਪਦੇ ਘਰਾਂ ਨੂੰ ਵਾਪਸ ਆ ਸਕਦੇ ਆ। ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ। ਬਾਕੀ ਜਿਹੜੇ ਸਾਡੇ ਸਿੰਗਰ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਦੇ ਨਾਲ ਤਾਂ ਹਮੇਸ਼ਾ ਹੀ ਖੜੇ ਆ, ਪਰ ਕਈ ਬੰਦਿਆਂ ਨੇ ਜਿਨ੍ਹਾਂ ਨੇ ਨਹੀਂ ਸਾਥ ਦਿੱਤਾ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਡਾ ਪ੍ਰੋਫੈਸ਼ਨ ਵੀ, ਤੁਹਾਡਾ ਸਭ ਕੁਝ ਚਲਾਇਆ। ਤੁਸੀਂ ਪੰਜਾਬ ਤੇ ਜਦੋਂ ਭੀੜ ਪਈ ਆ ਤਾਂ ਕਲਾਕਾਰ ਭਾਈਚਾਰੇ ਨੇ ਜਿਹੜੇ ਨੇ ਸਾਥ ਦਿੱਤਾ ਬਾਈ ਜੀ, ਉਹ ਤਾਂ ਨਾਲ ਹੀ ਆ। ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਫਿਰ ਆਪ ਸੋਚ ਲੈਣੀ ਚਾਹੀਦੀ ਆ ਗੱਲ। ਪਰ ਜੇ ਮੈਂ ਫਿਰ ਵੀ ਕਿਸੇ ਟੋਟੈਲਿਟੀ 'ਚ ਮੇਰੇ ਤੋਂ ਇਹ ਗੱਲ ਹੋ ਗਈ ਹੋਵੇ ਵੀ ਸਾਡੇ ਸਿੰਗਰ ਵੀ ਨਾਲ ਨਹੀਂ ਆ, ਨਹੀਂ, ਉਹ ਵੀ ਮੈਂ ਗੱਲ ਨੂੰ ਦੁਬਾਰਾ ਰੀਫਰੇਜ਼ ਕਰਦਾ। ਉਹ ਜਿਹੜੀ ਉਹਦਾ ਮਕਸਦ ਇਹੀ ਸੀ ਵੀ ਜਦੋਂ ਲੋੜ ਪੈਂਦੀ ਆ, 26 ਤਰੀਕ ਨੂੰ ਲੋੜ ਸੀ ਬਾਈ, 26 ਤਰੀਕ ਨੂੰ ਲੋੜ ਕਿਉਂ ਸੀ ਤੁਸੀਂ ਇਹ ਵੇਖੋ। ਉਸ ਵੇਲੇ ਸਰਕਾਰ ਨੇ ਇੱਕ ਨੈਰੇਟਿਵ ਚਲਾਇਆ। ਉਹ ਨੈਰੇਟਿਵ ਕੀ ਸੀ? ਨਿਸ਼ਾਨ ਸਾਹਿਬ ਨੂੰ ਉੱਥੋਂ ਜਾਂ ਇੱਕ ਸਾਡੇ ਫਲਸਫੇ ਨੂੰ, ਸਿੱਖ ਫਲਸਫੇ ਨੂੰ, ਕੌਮ ਦੇ ਫਲਸਫੇ ਨੂੰ ਉੱਥੋਂ ਗਾਇਬ ਹੀ ਕਰ ਦੇਣਾ। ਇੱਕ ਵਾਰੀ ਤਾਂ ਇਸ ਨੈਰੇਟਿਵ 'ਚ ਸਾਡੀ ਲੀਡਰਸ਼ਿਪ ਵੀ ਆਈ, ਉਹਨਾਂ ਨੇ ਸਾਥ ਦਿੱਤਾ। ਹੁਣ ਉਦੋਂ ਤਾਂ ਉੱਥੇ ਹੋ ਸਕਦਾ ਸਾਡੇ ਬੰਦੇ ਆਈਸੋਲੇਟ ਹੋ ਗਏ ਹੁਣ, ਨਿਸ਼ਾਨ ਸਾਹਿਬ ਵੀ ਘਟ ਗਏ ਹੁਣ, ਤੇ ਅਸੀਂ ਦੇਖਿਆ ਵੀ ਉੱਥੇ ਨਿਸ਼ਾਨ ਸਾਹਿਬ ਸੰਸਕਾਰ ਵੀ ਹੋਏ ਉਸੇ ਡਰ 'ਚੋਂ, ਜਿਹੜਾ ਡਰ ਮਾਨਸਿਕਤਾ 'ਚ ਪਾਤਾ। ਪਰ ਲੌਂਗ ਰਨ 'ਚ ਤੁਸੀਂ ਦੇਖੋਗੇ ਤਾਂ ਲੌਂਗ ਰਨ 'ਚ ਅੱਜ ਸਾਡੀ ਲੀਡਰਸ਼ਿਪ ਨੂੰ ਚਿੱਠੀਆਂ ਲਿਖਣੀਆਂ ਪੈ ਰਹੀਆਂ, ਅਗਲੇ ਤਾਂ ਮੀਟਿੰਗ ਲਈ ਨਹੀਂ ਸਾਨੂੰ ਬੁਲਾ ਰਹੇ। ਸੋ ਤੁਸੀਂ ਗੱਲਾਂ ਨੂੰ ਜੇ ਆਪਾਂ ਸਮਝਾਂਗੇ ਨਹੀਂ, ਗੱਲਾਂ ਨੂੰ ਵਿਚਾਰਾਂਗੇ ਨਹੀਂ, ਤੇ ਅਸੀਂ ਗੱਲਾਂ ਨੂੰ ਜਦੋਂ
ਇੱਕ ਉਸ ਕਟਹਿਰੇ 'ਚ ਪਾ ਕੇ ਨਹੀਂ ਦੇਖਾਂਗੇ ਜਿਹੜਾ ਵਿਵੇਕ ਸਾਨੂੰ ਗੁਰੂ ਸਾਹਿਬ ਨੇ ਦਿੱਤਾ, ਫਿਰ ਸਾਡੇ ਪੱਲੇ ਕੁਛ ਨਹੀਂ ਪੈਣਾ। ਫਿਰ ਆਈ ਤੁਰਦੇ ਫਿਰਦੇ ਅਸੀਂ ਟਾਈਮ ਹੀ ਪਾਸ ਕਰਾਂਗੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਮੈਂ ਕਦੇ ਵੀ ਕਿਸੇ ਦੇ ਉਲਟ ਨਿੱਜ ਦੇ ਤੌਰ ਤੇ ਜਾ ਕੇ ਕਦੇ ਵੀ ਗੱਲ ਨਹੀਂ ਕਰ ਸਕਦਾ। ਮੇਰਾ ਜਿਹੜਾ ਵਿਰੋਧ ਜਾਂ ਮੇਰਾ ਕਿਸੇ ਤਰ੍ਹਾਂ ਦੀ ਵੀ ਕੋਈ ਸਟੇਟਮੈਂਟ ਹੋਊਗੀ ਉਹ ਸਿਧਾਂਤ ਦੇ ਆਧਾਰ ਤੇ ਹੋਊਗੀ। ਨਿੱਜੀ ਮੇਰੀ ਕੋਈ ਲੜਾਈ ਨਹੀਂ ਆ। ਸਾਡੀ ਲੜਾਈ ਪੰਜਾਬ ਦੀ ਆ। ਪੰਜਾਬ ਲਈ ਖੜੇ ਆ ਤੇ ਪੰਜਾਬ ਲਈ ਲੜ ਰਹੇ ਆ। ਆਪਦੀ ਧਰਤੀ ਆਪਦੇ ਲੋਕਾਂ ਲਈ ਲੜ ਰਹੇ ਆ। ਇਸ ਲਈ ਵਚਨਬੱਧ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।